बहुत ही प्यारे सतगुरु जी की प्यारी प्यारी साध संगत जी, धन धन सतगुरु तेरा ही आसरा। गुरु प्यारे साध संगत जी, जिवें आपां देख रहे हैं भी जिहड़े हर रोज हालात है वो बद तो बदतर ही हो रहे हैं। जिवें परम पिता जी पहला वचन करते हुंदे सी ते बाद दे विच गुरु पिता जी भी दोहराउंदे हुंदे सी भी अज दा जो दिन निकल गया शुक्र करो ते जिहड़ा कल नूं दिन आउणा ਉਹ बुरा ही बुरा है। ਆਪਾਂ ਅੱਖਾਂ ਦੇ ਸਾਹਮਣੇ ਦੇਖ ਹੀ ਰਹੇ हैं कि किवें हर रोज ਜਿਹੜਾ अगला दिन है वो किवें पहले दिन तो बुरा आ रहा है। ਅੱਜ ਜਿਹੜੇ ਪੰਜਾਬ ਦੇ ਹਾਲਾਤ ਹੈ ਕੋਈ ਇਹ ਨਹੀਂ ਹੈ ਕਿ ਵੀ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਬਣ ਗਏ, ਸਗੋਂ ਦੀ ਜ਼ਿਆਦਾ ਜਗ੍ਹਾ ਤੇ ਜਿਵੇਂ ਸਰਦੂਲਗੜ੍ਹ ਦਾ ਏਰੀਆ ਹੋ ਗਿਆ ਜਾਂ ਉਧਰ ਵੀ ਸਤਲੁਜ ਦਾ ਪਾਣੀ ਕੁਝ ਨਵੇਂ ਜਗ੍ਹਾ ਦੇ ਉੱਤੇ ਜਿਹੜਾ ਭਰਿਆ ਹੈ ਤੇ ਜਿਹਦੇ ਕਰਕੇ ਜਿਹੜੇ ਹਜੇ ਵੀ ਪੰਜਾਬ ਦੇ ਹਾਲਾਤ ਹੈ ਕੋਈ ਵਧੀਆ ਨਹੀਂ ਹੈ। ਗੁਰੂ ਪਿਆਰੇ ਸਾਧ ਸੰਗਤ ਜੀ, ਕੋਈ ਇੰਨੀ ਜ਼ਿਆਦਾ ਬਾਰਿਸ਼ ਤਾਂ ਹੋਈ ਨਹੀਂ। ਆਪਾਂ ਇਹ ਕਹਿੰਦੇ ਵੀ ਲੱਗ ਜਾਂਦੀਆਂ ਤਾਂ ਵੀ ਇਹੋ ਜਿਹੇ ਹਾਲਾਤ ਨਹੀਂ ਬਣਦੇ ਸੀ ਇੰਨੀ ਜਲਦੀ, ਜਿਹੜਾ ਹੁਣ ਇੰਨੇ ਹਾਲਾਤ ਬਣੇ ਆ। ਅਸਲ ਦੇ ਵਿੱਚ ਆਪਾਂ ਨੂੰ ਵੀ ਪਤਾ ਹੁਣ ਤਾਂ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਆ ਰਹੀਆਂ ਲਗਾਤਾਰ ਵੀ ਜਿਹੜੇ ਵੀ ਇਹ ਪੰਜਾਬ, ਹਿਮਾਚਲ ਜਾਂ ਦਿੱਲੀ ਦੇ ਵਿੱਚ ਹੜ੍ਹ ਆਏ ਹੈ, ਇਹ ਅਸਲ ਦੇ ਵਿੱਚ ਕੋਈ ਕੁਦਰਤੀ ਕਹਿਰ ਨਹੀਂ ਹੈ। ਇਹਨੂੰ ਸਾਰਾ ਦਾ ਸਾਰਾ ਆਪਾਂ ਕੁਦਰਤੀ ਕਹਿਰ ਨਹੀਂ ਕਹਿ ਸਕਦੇ। ਇਹ ਮਨੁੱਖ ਦੁਆਰਾ ਹੀ ਜਿਹੜਾ ਹੈਗਾ ਬਣਾਇਆ ਗਿਆ ਹੈ ਇੱਕ ਤਰ੍ਹਾਂ ਨਾਲ। ਜਿਵੇਂ ਕਹਿ ਦੋ ਵੀ ਬਦਲਾਖੋਰੀ ਦੀ ਨੀਤੀ ਜਾਂ ਈਰਖਾ ਜੋ ਬੰਦੇ ਦੇ ਅੰਦਰ ਭਰੀ ਹੋਈ ਹੈ ਇੰਨੀ, ਤਾਂ ਇਹ ਸਾਰਾ ਉਹਦਾ ਨਤੀਜਾ। ਇਹ ਸਾਡੇ ਦੇਸ਼ ਦਾ ਬਹੁਤ ਵੱਡਾ ਦੁਖਾਂਤ ਹੈ ਕਿ ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਹੈ ਬਹੁਤ ਹੀ ਜ਼ਿਆਦਾ ਨਿੱਘਰ ਗਈ ਹੈ। ਇੰਨੀ ਜ਼ਿਆਦਾ ਸਾਡੀ ਰਾਜਨੀਤੀ ਨਿੱਘਰ ਗਈ ਹੈ। ਪਹਿਲਾਂ ਤਾਂ ਸਾਡੇ ਜਿਹੜੇ ਲੀਡਰ ਸੀ ਸਾਡੇ ਦੇਸ਼ ਦੇ, ਇਹਨਾਂ ਨੇ ਜਿਹੜੇ ਸੱਚੇ ਸੰਤ ਸੀ ਉਹਨਾਂ ਨੂੰ ਬਦਨਾਮ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ। ਨਾ ਇਹ ਪਹਿਲਾਂ ਸੱਚੇ ਸੰਤਾਂ ਦੇ ਬਣੇ। ਇਹਨਾਂ ਦੇ ਰਾਜ ਦੇ ਵਿੱਚ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹਨੂੰ ਕਿ ਮਤਲਬ ਦਸਾਂ ਗੁਰੂਆਂ ਦਾ ਸਰੂਪ ਮੰਨਿਆ ਜਾਂਦਾ ਹੈ, ਉਹਨਾਂ ਦੀ ਬੇਅਦਬੀ ਹੁੰਦੀ ਹੈ। ਤੇ ਇਹਨਾਂ ਦੇ ਰਾਜ ਦੇ ਵਿੱਚ ਹੀ ਆਪਾਂ ਦੇਖਦੇ ਹਾਂ ਕਿ ਦੁਨੀਆ ਦਾ ਕਿਸ ਤਰ੍ਹਾਂ ਜਿਹੜਾ ਹੈਗਾ ਹਾਲ ਤੋਂ ਬੁਰਾ ਹਾਲ ਹੋ ਰਿਹਾ ਤੇ ਕਿੰਨੀ ਦੁਨੀਆ ਜਿਹੜੀ ਹੈ, ਕਿੰਨੇ ਪਸ਼ੂ ਮਰ ਗਏ, ਕਿੰਨੀ ਦੁਨੀਆ ਬੇਘਰ ਹੋ ਗਈ, ਕਿੰਨੀਆਂ ਫਸਲਾਂ ਮਰ ਗਈਆਂ, ਪਰ ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਕੋਈ ਹਾਦਾ ਮਾਰਾ ਨਾਰਾ ਜਿਹੜਾ ਨਹੀਂ ਮਾਰ ਰਿਹਾ ਕਿ ਜਿਹੜਾ ਇਹ ਹੋ ਰਿਹਾ ਇਹਨਾਂ ਸਟੇਟਾਂ ਦੇ ਵਿੱਚ ਉਹ ਗਲਤ ਹੋ ਰਿਹਾ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਵੀ ਸਾਡੇ ਦੇਸ਼ ਦੇ ਉੱਤੇ ਕੰਸ ਤੇ ਰਾਵਣ ਵਰਗੇ ਰਾਜਿਆਂ ਨੇ ਰਾਜ ਕੀਤਾ ਹੈ ਤਾਂ ਉਦੋਂ ਹੀ ਕੁੱਲ ਮਾਲਕ ਆਪ ਧਰਤੀ ਤੇ ਚੱਲ ਕੇ ਆਏ ਹੈ ਉਹਨਾਂ ਦਾ ਸਰਵਨਾਸ਼ ਕਰਨ ਵਾਸਤੇ। ਤੇ ਹੁਣ ਵੀ ਜੇ ਰਾਵਣ ਤੇ ਕੰਸ ਬਣ ਕੇ ਜਿਹੜੇ ਸਾਡੇ ਦੇਸ਼ ਦੇ ਰਾਜੇ ਬੈਠੇ ਹੈ ਤੇ ਲੋਕਾਂ ਦੇ ਉੱਤੇ ਇੰਨਾ ਜਿਹੜਾ ਅਤਿਆਚਾਰ ਹੋ ਰਿਹਾ ਤੇ ਇੰਨਾ ਜਿਹੜਾ ਲੋਕਾਂ ਦੇ ਨਾਲ ਮਤਲਬ ਕਿ ਰਾਤ ਨੂੰ ਲੋਕ ਸੌਂਦੇ ਨੇ, ਜਿਹੜੇ ਆਪਦੇ ਘਰ-ਬਾਰ ਛੱਡ ਕੇ ਲੋਕ ਬਾਹਰ ਸੜਕਾਂ ਤੇ ਕੋਈ ਸੋ ਰਿਹਾ, ਕੋਈ ਦਾਣਾ ਮੰਡੀਆਂ ਦੇ ਵਿੱਚ ਟੈਂਟ ਲਾਈ ਬੈਠਾ ਹੈ, ਤਾਂ ਉਹ ਕਹਿੰਦਾ ਨਾ ਵੀ ਇੱਥੇ ਮਾਰ ਪਈ ਕਰ ਲਾਣੀ ਚਾਹੇ ਕਿ ਦਰਦ ਨਾ ਆਇਆ। ਤਾਂ ਇਹ ਨਹੀਂ ਹੋ ਸਕਦਾ ਵੀ ਉਸ ਪਰਮ ਪਿਤਾ ਪਰਮਾਤਮਾ ਨੂੰ ਦਰਦ ਨਾ ਆਵੇ। ਜਿਹੜੀ ਇੰਨੀ ਕੁਰਲਾਹਟ ਦੁਨੀਆ ਦੇ ਵਿੱਚ ਮੱਚੀ ਹੋਈ ਹੈ, ਉਸ ਮਾਲਕ ਨੂੰ ਜ਼ਰੂਰ ਦਰਦ ਆਊਗਾ। ਤਾਂ ਬਹੁਤ ਜਲਦੀ ਇਹ ਜਿਹੜੇ ਹੈਗੇ ਸਤਿਗੁਰ ਵਾਪਸ ਆਉਣਗੇ, ਕਿਉਂਕਿ ਆਪਾਂ ਨੂੰ ਪਤਾ ਹੈ, ਦੁਨੀਆ ਨੂੰ ਚਾਹੇ ਨਾ ਪਤਾ ਹੋਵੇ ਪਰ ਆਪਾਂ ਨੂੰ ਪਤਾ ਹੈ ਕਿ ਕੁੱਲ ਮਾਲਕ ਪਰਬ੍ਰਹਮ ਪਰਮੇਸ਼ਵਰ ਜੋ ਧਰਤੀ ਦੇ ਉੱਤੇ ਇਸ ਵਾਰ ਹੈ, ਉਹ ਕੁੱਲ ਮਾਲਕ ਆਪਣੇ ਗੁਰੂ ਪਿਤਾ ਜੀ ਦੇ ਰੂਪ ਦੇ ਵਿੱਚ ਧਰਤੀ ਤੇ ਹੈ। ਇਹ ਵੱਖਰੀ ਗੱਲ ਹੈ ਕਿ ਉਹਨਾਂ ਤੇ ਇੱਕ ਵਾਰੀ ਜਿਹੜਾ ਹੈਗਾ ਉਹਨਾਂ ਨੂੰ ਸਜ਼ਾ ਦੇ ਕੇ ਜਾਂ ਜਿਹੜਾ ਉਹਨਾਂ ਤੇ ਝੂਠੇ ਦੋਸ਼ ਲਾ ਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਜਾਂ ਜੋ ਵੀ ਇਹਨਾਂ ਨੇ ਉਸ ਤੋਂ ਬਾਅਦ ਉਹਨਾਂ ਨਾਲ ਕੀਤਾ ਉਹ ਤਾਂ ਖੁਦ ਹੀ ਆ ਕੇ ਦੱਸਣਗੇ ਕੀ ਕੁਝ ਕੀਤਾ। ਆਪਾਂ ਨਹੀਂ ਦੱਸ ਸਕਦੇ ਇਸ ਸਮੇਂ। ਬੇਸ਼ੱਕ ਤੁਹਾਨੂੰ ਬਹੁਤ ਕੁਝ ਪਤਾ ਹੈ ਪਰ ਫਿਰ ਵੀ ਅਸੀਂ ਇਸ ਸਮਾਂ ਨਹੀਂ ਹੈ ਕਿ ਅਸੀਂ ਕੁਝ ਦੱਸੀਏ। ਖੁਦ ਹੀ ਗੁਰੂ ਪਿਤਾ ਜੀ ਆ ਕੇ ਦੱਸਣਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਕੰਸ ਤੇ ਰਾਵਣ ਸੀ, ਕਿਵੇਂ ਕਿਵੇਂ ਇਹਨਾਂ ਨੇ ਜਿਹੜਾ ਹੈਗਾ ਗੁਰੂ ਪਿਤਾ ਜੀ ਦੇ ਨਾਲ ਕੀਤਾ। ਤਾਂ ਉਸ ਤੋਂ ਵੀ ਅੱਗੇ ਜਾ ਕੇ ਜੋ ਨਕਲੀ ਜੋ ਗੁਰੂ ਦੀ ਜਗ੍ਹਾ ਤੇ ਬੰਦਾ ਹੀ ਬਦਲ ਦੇਣਾ, ਵੀ ਇੱਕ ਨਕਲੀ ਗੁਰੂ ਖੜਾ ਕਰ ਦੇਣਾ ਔਰ ਉਸ ਤੋਂ ਆਪਣੀ ਮਨਮਰਜ਼ੀ ਦੇ ਕੰਮ ਕਰਵਾਉਣੇ ਜਿਵੇਂ ਆਪਦੀ ਚਾਹਤ ਸੀ। ਕਿਉਂਕਿ ਗੁਰੂ ਪਿਤਾ ਜੀ ਨੂੰ ਜਿਵੇਂ ਚਾਹੁੰਦੇ ਸੀ ਪਹਿਲਾਂ ਵੀ, ਗੁਰੂ ਪਿਤਾ ਜੀ ਤੇ ਪੂਰਾ ਦਬਾਅ ਬਣਾਉਂਦੇ ਸੀ। ਇਹ ਸਾਡੇ ਦੇਸ਼ ਦੇ ਜਿੰਨੇ ਲੀਡਰ ਸੀ ਜਿਹੜੇ ਚਾਹੁੰਦੇ ਸੀ ਕਿ ਸਾਡੇ ਹਿਸਾਬ ਨਾਲ ਰਾਜਨੀਤੀ ਚੱਲੇ ਜਾਂ ਸਾਡੇ ਹਿਸਾਬ ਨਾਲ ਜਿਹੜਾ ਹੈਗਾ ਦੇਸ਼ ਚੱਲੇ। ਪਹਿਲਾਂ ਕੀ ਹੁੰਦਾ ਸੀ, ਪਹਿਲੇ ਸਮੇਂ ਦੇ ਅਨੁਸਾਰ ਜਿਹੜੀ ਰਾਜਨੀਤੀ ਸੀ ਉਹ ਧਰਮ ਦੇ ਅਨੁਸਾਰ ਚੱਲਦੀ ਸੀ। ਹਰ ਰਾਜੇ ਦਾ ਇੱਕ ਧਰਮ ਗੁਰੂ ਹੁੰਦਾ ਸੀ। ਗੁਰੂ ਨੂੰ ਪੁੱਛ ਕੇ ਹੀ ਰਾਜ ਸਭਾ ਦੇ ਵਿੱਚ ਹਰ ਫੈਸਲਾ ਲਿਆ ਜਾਂਦਾ ਸੀ। ਪਰ ਹੁਣ ਉਲਟ ਹੋ ਗਿਆ। ਹੁਣ ਸਾਡੇ ਰਾਜਨੀਤਿਕ ਲੀਡਰ ਇਹ ਕੀ ਕਹਿੰਦੇ ਵੀ ਜਿਹੜੇ ਧਰਮ ਗੁਰੂ ਹੈ ਜਾਂ ਸੰਤ ਉਹ ਸਾਡੇ ਹਿਸਾਬ ਨਾਲ ਚੱਲਣ। ਜੇ ਉਹ ਸਾਡੇ ਹਿਸਾਬ ਨਾਲ ਚੱਲਣ ਤਾਂ ਸਹੀ ਹੈ। ਜਿਹੜੇ ਆਪਾਂ ਹੁਣ ਇੰਡੀਆ ਦੇ ਵਿੱਚ ਦੇਖੋ, ਜਿਹੜੇ ਇਹਨਾਂ ਦੇ ਹਿਸਾਬ ਨਾਲ ਜਿਹੜੇ ਚੱਲ ਰਹੇ ਆ ਸੰਤ, ਉਹ ਤਾਂ ਸਹੀ ਹੈ, ਉਹ ਆਰਾਮ ਨਾਲ ਆਪਦਾ ਪ੍ਰਚਾਰ ਵੀ ਕਰ ਰਹੇ ਚਾਹੇ ਕੁਛ ਵੀ ਹੈ। ਬੇਸ਼ੱਕ ਉਹ ਦੇਸ਼ ਨੂੰ ਟੁਕੜੇ ਟੁਕੜੇ ਕਰਨ ਦੀਆਂ ਗੱਲਾਂ ਵੀ ਕਰਨ ਤਾਂ ਕੋਈ ਗੱਲ ਨਹੀਂ ਹੈ, ਦੇਸ਼ ਨੂੰ ਹਿੰਦੂ ਰਾਜ ਬਣਾਉਣ ਦੀ ਗੱਲਾਂ ਕਰਨ ਤਾਂ ਵੀ ਕੋਈ ਗੱਲ ਨਹੀਂ ਹੈ। ਪਰ ਜੇ ਇੱਕ ਸੱਚਾ ਸੰਤ ਮਿਸ਼ਨ ਲੈ ਕੇ ਚੱਲਦਾ है कि मानस की जात सब एक ही पहचान वो अव्वल अल्लाह नूर पाया कुदरत से सब
ਬੰਦੇ ਅਗਰ ਇਹ ਮਤਲਬ ਧਾਰਨਾ ਲੈ ਕੇ ਚੱਲਦਾ ਵੀ ਕੋਈ ਧਰਮ ਜਾਤ ਮਜ਼ਹਬ ਨਹੀਂ ਹੈ, ਪਰਮਪਿਤਾ ਪਰਮਾਤਮਾ ਨੇ ਸਾਨੂੰ ਇੱਕ ਇਨਸਾਨ ਬਣਾਇਆ, ਉਹ ਪਰਮਪਿਤਾ ਪਰਮਾਤਮਾ ਵੀ ਇੱਕ ਹੈ ਤੇ ਇਨਸਾਨ ਵੀ ਅਸੀਂ ਜਿਹੜੀ ਇੱਕ ਹੈ, ਤਾਂ ਇਨਸਾਨੀਅਤ ਜਿਹੜਾ ਸਾਡਾ ਇਹੀ ਧਰਮ ਹੈ, ਤਾਂ ਅਸੀਂ ਇਨਸਾਨ ਹੀ ਇੱਕ ਸਾਡੀ ਜਾਤ ਹੈ। ਤਾਂ ਜਦੋਂ ਇਸ ਤਰ੍ਹਾਂ ਦਾ ਕੋਈ ਮਿਸ਼ਨ ਸੰਤ ਲੈ ਕੇ ਨਿਕਲਦਾ ਜਾਂ ਉਹ ਸਮਾਜ ਸੁਧਾਰ ਦੇ ਤੌਰ ਦੇ ਵਿੱਚ ਸਮਾਜ ਦੇ ਵਿਚਰਦਾ, ਤੇ ਉੱਥੇ ਸਾਡੇ ਜਿਹੜੇ ਲੀਡਰਾਂ ਨੂੰ ਉਹ ਚੰਗਾ ਨਹੀਂ ਲੱਗਦਾ, ਸਾਡੇ ਰਾਜਨੇਤਾਵਾਂ ਨੂੰ, ਸਾਡੇ ਦੇਸ਼ ਤੇ ਰਾਜ ਕਰ ਰਹੇ ਕੰਸਾਂ ਨੂੰ ਤੇ ਰਾਵਣਾਂ ਨੂੰ ਫਿਰ ਉਹ ਚੰਗਾ ਨਹੀਂ ਲੱਗਦਾ। ਇਸੇ ਕਰਕੇ ਉਹ ਅਤਿਆਚਾਰ ਕਰਦੇ ਆ ਉਹਦੇ ਤੇ। ਇਹ ਕੋਈ ਪਹਿਲਾ ਕੰਮ ਨਹੀਂ ਹੈ ਕਿ ਜਿਹੜੇ ਹੈਗੇ ਅਤਿਆਚਾਰ ਹੁਣ ਸ਼ੁਰੂ ਹੋਏ ਆ, ਇਹ ਆਦਿ ਕਾਲ ਤੋਂ ਹੀ ਚੱਲਿਆ ਆ ਰਿਹਾ। ਬੁਰਾਈ ਔਰ ਅਛਾਈ ਦੀ ਜਿਹੜੀ ਜੰਗ ਹੈ ਸ਼ੁਰੂ ਤੋਂ ਚੱਲੀ ਆ ਰਹੀ ਹੈ, ਪਰ ਹੁਣ ਜਿਹੜੀ ਬੁਰਾਈ ਹੈ ਬਿਲਕੁਲ ਸਿਖਰ ਤੇ ਪਹੁੰਚ ਗਈ ਹੈ। ਨਾ ਇਹਨਾਂ ਨੇ ਪਹਿਲਾਂ ਸੰਤਾਂ ਨੂੰ ਬਖਸ਼ਿਆ ਤੇ ਨਾ ਉਹ ਜਿਹੜੀ ਆਮ ਦੁਨੀਆ ਹੈ ਉਹਨਾਂ ਤੇ ਵੀ ਲਗਾਤਾਰ ਅਤਿਆਚਾਰ ਸ਼ੁਰੂ ਹੋ ਗਿਆ ਹੈ। ਇਹ ਆਮ ਦੁਨੀਆ ਤੇ ਜਿਹੜੇ ਇਸ ਤਰ੍ਹਾਂ ਆਪਾਂ ਦੇਖਦੇ ਹਾਂ, ਜਿਹੜੇ ਡੈਮਾਂ ਦੇ ਉੱਤੋਂ ਜਿਹੜੇ ਗੇਟ ਖੋਲਣੇ ਉਹਨਾਂ ਦੇ, ਕਿ ਇਹਨਾਂ ਦੁਨੀਆ ਦੇ ਵਿੱਚ ਹਾਹਾਕਾਰ ਮਚਾ ਦੇਣਾ, ਇਹ ਆਮ ਦੁਨੀਆ ਤੇ ਜਦੋਂ ਇਸ ਤਰ੍ਹਾਂ ਅਤਿਆਚਾਰ ਹੋਣ ਲੱਗ ਜਾਂਦਾ ਹੈ ਤਾਂ ਉਦੋਂ ਪਰਮਪਿਤਾ ਪਰਮਾਤਮਾ ਨੂੰ ਪ੍ਰਗਟ ਹੋਣਾ ਹੀ ਪੈਂਦਾ ਹੈ। ਜਦੋਂ ਜਦੋਂ ਧਰਤੀ ਤੇ ਪਹਿਲਾਂ ਇਹ ਵਧੇ ਅਤਿਆਚਾਰ, ਤੇ ਉਦੋਂ ਜਿਹੜੇ ਪਰਮਪਿਤਾ ਪਰਮਾਤਮਾ ਪ੍ਰਗਟ ਹੋਏ ਆ। ਬਾਕੀ ਕ੍ਰਿਸ਼ਨ ਜੀ ਨੇ ਵੀ ਤਾਂ ਗੀਤਾ ਦੇ ਵਿੱਚ ਲਿਖਿਆ ਹੀ ਹੈ, ਜਦੋਂ ਜਦੋਂ ਇਸ ਧਰਤੀ ਤੇ ਅਧਰਮ ਵਧੂਗਾ, ਚਾਹੇ ਕੋਈ ਵੀ ਯੁੱਗ ਹੋਊਗਾ, ਤੇ ਮੈਂ ਉਦੋਂ ਇਸ ਧਰਤੀ ਤੇ ਪ੍ਰਗਟ ਹੋਊਗਾ। ਆਪਣੇ ਗੁਰੂ ਪਿਤਾ ਹੀ ਖੁਦ, ਚਲੋ ਪਿੱਛਾ ਇਤਿਹਾਸ ਹੋ ਸਕਦਾ ਕੋਈ ਸਹੀ ਨਾ ਲੈ ਕੇ ਗਿਆ ਹੋਵੇ, ਕੋਈ ਆਪਾਂ ਕਹਿ ਦਿੰਦੇ ਹਾਂ ਵੀ ਕਈ ਵਾਰੀ ਐਵੇਂ ਕਾਲਪਨਿਕ ਹੁੰਦਾ, ਪਰ ਆਪਣੇ ਗੁਰੂ ਪਿਤਾ ਨੇ ਖੁਦ ਵਚਨ ਕੀਤੇ ਹੋਏ ਆ ਕਿ ਬੁਰਾਈ ਨੇ ਤਾਂ ਹਰ ਯੁੱਗ ਦੇ ਵਿੱਚ ਖਤਮ ਹੋਣਾ ਹੀ ਹੁੰਦਾ ਹੈ। ਹਾਂ, ਜੇ ਉਹ ਰਾਮ ਨਾਮ ਨਾਲ ਬੁਰਾਈ ਖਤਮ ਹੋ ਜਾਏ ਤਾਂ ਬਹੁਤ ਵਧੀਆ, ਪਰ ਜੇ ਉਹ ਰਾਮ ਨਾਮ ਨਾਲ ਬੁਰਾਈ ਖਤਮ ਨਹੀਂ ਹੁੰਦੀ ਤਾਂ ਕ੍ਰਿਸ਼ਨ ਜੀ ਜਿਹੜਾ ਵਿਰਾਟ ਰੂਪ ਜਾਂ ਹਿਰਨਿਕਸ਼ਿਪੂ ਵਾਲਾ ਜਿਹੜਾ ਭਗਵਾਨ ਨੂੰ ਜਿਹੜਾ ਹੈਗਾ ਰੂਪ ਧਾਰਨ ਕਰਨਾ ਪੈ ਗਿਆ ਜੇ, ਤਾਂ ਉਹ ਫਿਰ ਚੰਗਾ ਨਹੀਂ ਹੁੰਦਾ। ਉਦੋਂ ਫਿਰ ਪਰਲੇ ਮਹਾਂਪਰਲੇ ਆਉਂਦੀ ਹੈ ਤੇ ਆਪਾਂ ਨੂੰ ਪਤਾ ਫਿਰ ਕਿਵੇਂ ਉਹ ਵਿਨਾਸ਼ ਹੁੰਦਾ ਹੈ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਸਾਡੀਆਂ ਸਰਕਾਰਾਂ ਨੇ ਜਾਂ ਜਿਹੜੇ ਸਾਡੇ ਦੇਸ਼ ਦੇ ਰਾਜੇ ਕੰਸ ਤੇ ਰਾਵਣ ਹੀ ਕਹਿੰਦੀ ਹਾਂ ਮੈਂ ਤਾਂ ਹੁਣ ਇਹਨਾਂ ਨੂੰ, ਜਿਹੜੇ ਕੰਸ ਤੇ ਰਾਵਣ ਬੈਠ ਕੇ ਆ ਕੇ ਰਾਜ ਕਰਨ ਲੱਗ ਗਏ ਤੇ ਜਿਹੜੇ ਇਹਨਾਂ ਨੇ ਆਪਣਾ ਅਤਿਆਚਾਰ ਸ਼ੁਰੂ ਕਰਤੇ, ਇਹ ਲੱਗਦਾ ਹੈ ਵੀ ਜਿਹੜਾ ਬਹੁਤ ਜਲਦੀ ਇਹ ਬੁਰਾਈ ਦਾ ਅੰਤ ਹੁਣ ਹੋਊਗਾ। ਤਾਂ ਜਿਹੜੇ ਗੁਰੂ ਪਿਤਾ ਜਲਦੀ ਵਾਪਸ ਆਉਣਗੇ, ਸਾਰਿਆਂ ਨੇ ਆਪਾਂ ਜਿਹੜੇ ਹੌਸਲੇ ਆ ਬੁਲੰਦ ਰੱਖਣੇ ਆ। ਤੇ ਉਧਰ ਇਹਨਾਂ ਦੀ ਵੀ ਪੂਰੀ ਤਿਆਰੀ ਹੈ, ਇਹਨਾਂ ਦੀ ਵੀ ਜਿਹੜੀ ਅਗਸਤ ਮਹੀਨੇ ਦੇ ਵਿੱਚ ਕਹਿ ਰਿਹਾ ਵੀ ਯੂਪੀ ਵਾਲਾ ਦੁਬਾਰਾ ਆ ਰਿਹਾ ਹੈ। ਪਰ ਜਿਵੇਂ ਮੋਹਿਤ ਬੇਟੇ ਨੇ ਵੀ ਤੁਹਾਨੂੰ ਦੱਸਿਆ, ਕਈ ਵਾਰੀ ਹਿੰਦੀ ਦੀ ਸਮਝ ਲੱਗਦੀ ਪੰਜਾਬੀ ਭਾਸ਼ਾ ਜਿਹੜੇ ਹੈਗੇ ਪੰਜਾਬੀ ਦੇ ਲੋਕ ਖਾਸ ਕਰਕੇ ਪੰਜਾਬ ਦੇ, ਤਾਂ ਉਹ ਵੀ ਚੰਗੀ ਤਰ੍ਹਾਂ ਸੁਣ ਲਓ ਕਿ ਜੋ ਅਗਸਤ ਦੇ ਵਿੱਚ ਤਿਆਰੀ ਕੀਤੀ ਜਾ ਰਹੀ ਹੈ ਯੂਪੀ ਵਾਲੇ ਨੂੰ ਲੈ ਕੇ ਆਉਣ ਦੀ ਦੁਬਾਰਾ। ਤੇ ਇਸ ਵਾਰ ਯੂਪੀ ਵਾਲੇ ਨੂੰ ਪੂਰੀ ਤਰ੍ਹਾਂ ਇਸ ਤਰ੍ਹਾਂ ਲਿਆਂਦਾ ਜਾ ਰਿਹਾ ਕਿਉਂਕਿ ਪਹਿਲਾਂ ਹੀ ਇਹ ਪ੍ਰਚਾਰ ਕਰ ਰਹੇ ਹੈ, 85 ਮੈਂਬਰ ਹੀ ਇਹਨਾਂ ਦੇ ਪ੍ਰਚਾਰ ਕਰ ਰਹੇ ਲਗਾਤਾਰ ਕਿ ਹੁਣ ਜਦੋਂ ਯੂਪੀ ਵਾਲਾ ਆਊਗਾ ਤਾਂ ਜਿਹੜਾ ਗੁਰੂ ਪਿਤਾ ਜੀ 2017 ਤੋਂ ਪਹਿਲਾਂ ਸੀ ਜਿਵੇਂ ਇਸ ਤਰ੍ਹਾਂ ਆਊਗਾ। ਤਾਂ ਕਮਾਲ ਦੀ ਗੱਲ ਹੈ, ਫਿਰ ਪਹਿਲਾਂ 3 ਵਾਰੀ ਆਇਆ ਵੀ ਉਹ ਕੌਣ ਸੀ, ਫਿਰ ਉਹ ਕਿਉਂ ਮਤਲਬ ਕਿ ਕਦੇ ਕਹਿ ਦਿੰਦੇ ਵੀ ਨਹੀਂ ਪਿਤਾ ਜੀ ਤਾਂ ਨਾਟਕ ਖੇਡ ਰਹੇ ਸੀ, ਕਦੇ ਕੁਛ ਕਦੇ ਕੁਛ। ਆਮ ਤਾਂ ਇਸ ਤਰ੍ਹਾਂ ਨਾਟਕ ਨਹੀਂ ਖੇਡਦੇ ਹੁੰਦੇ, ਇੰਨਾ ਵੀ ਮਤਲਬ ਨਹੀਂ ਹੁੰਦਾ ਕਿ ਉਹ ਦੁਨੀਆ ਨੂੰ ਇੰਨਾ ਹੀ ਉਹ ਮਤਲਬ ਬੁੱਧੂ ਨਹੀਂ ਬਣਾਉਂਦੇ ਹੁੰਦੇ। ਉਹ ਜਿਹੜਾ ਉਹਨਾਂ ਦਾ ਠੀਕ ਹੈ, ਉਹਨਾਂ ਦਾ ਕੰਮ ਕਰਨ ਦਾ ਆਪਣਾ ਢੰਗ ਹੁੰਦਾ, ਉਹ ਨਿਰਾਲਾ ਹੁੰਦਾ। ਪਰ ਇਹ ਨਹੀਂ ਹੈ ਕਿ ਸੰਤ ਕਿਸੇ ਦੇ ਦਬਾਅ ਦੇ ਥੱਲੇ ਆ ਜਾਏ, ਜਾਂ ਕੋਈ ਇਹ ਕਵੇ ਵੀ ਕੋਈ 2 ਕੋਟੀ ਦੀ ਜਨਾਨੀ ਜਾਂ ਕੋਈ 2 ਕੋਟੀ ਦਾ ਬੰਦਾ ਇਹ ਕਵੇ ਵੀ ਮੇਰੀ ਤਾਂ ਜੇਬ ਚ ਪਾਏ ਹੋਏ ਆ ਸੰਤ ਆ ਜਿਹੜੇ, ਤੇ ਜਦੋਂ ਮੇਰਾ ਜੀ ਕਰੂ ਤੇ ਜਿਵੇਂ ਉਹ ਲੋਕਾਂ ਰਾਮ ਖਿਲਾਉਣਾ ਜਾਣੋ ਵੀ ਖਿਲਾਉਣਾ ਸਮਝਣ ਉਸ ਸਤਿਗੁਰ ਨੂੰ ਵੀ ਜਿਵੇਂ ਅਸੀਂ ਵਰਤਾਂਗੇ ਤੇ ਉਵੇਂ ਹੀ ਹੋਊਗਾ। ਹਾਂ, ਨਕਲੀ ਨੂੰ ਤੁਸੀਂ ਨਕਲੀ ਤੁਹਾਡਾ ਬੰਦਰ ਜ਼ਰੂਰ ਹੋਊਗਾ, ਉਹ ਤਾਂ ਜਮੂਰਾ ਹੈ, ਉਹ ਤਾਂ ਜਿਵੇਂ ਤੁਸੀਂ ਨਚਾਓਗੇ ਤੇ ਉਵੇਂ ਉਹ ਨੱਚੂਗਾ। ਪਰ ਜੋ ਸੰਤ ਅਸਲੀ ਸੰਤ ਜੋ ਕੁਲ ਮਾਲਿਕ ਹੈ ਉਹ ਕਿਸੇ ਦੇ ਇਸ਼ਾਰੇ ਤੇ ਕਦੇ ਨਹੀਂ ਨੱਚਦੇ। ਗੁਰੂ ਪਿਤਾ ਜੀ ਕਹਿੰਦੇ ਸੀ, ਗੁਰੂ ਪਿਤਾ ਜੀ ਤਾਂ ਆਪਾਂ ਨੂੰ ਸਮਝਾਉਂਦੇ ਹੁੰਦੇ ਸੀ ਵੀ ਤੁਹਾਡੇ ਦਿਮਾਗ ਨੇ ਦਿੱਤਾ, ਪਰਮਾਤਮਾ ਨੇ ਤੁਹਾਨੂੰ ਦਿਮਾਗ ਦਿੱਤਾ ਹੋਇਆ ਜੀ, ਵਰਤੋਂ ਕਰਿਆ ਕਰੋ। ਤੁਸੀਂ ਕਿਸੇ ਦੇ ਇਸ਼ਾਰੇ ਤੇ ਕਿਉਂ ਨੱਚਦੇ ਆ? ਕਿਸੇ ਦੇ ਇਸ਼ਾਰੇ ਤੇ ਤਾਂ ਬਾਂਦਰ ਨੱਚਦਾ, ਕਿ ਤੁਸੀਂ ਬਾਂਦਰ ਹੈ? ਤੇ ਪਿਤਾ ਜੀ ਇਹ ਵੀ ਕਹਿ ਦਿੰਦੇ ਸੀ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਤੁਹਾਨੂੰ ਇਸ ਵਾਰ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਪਊਗਾ ਕਿਉਂਕਿ ਹੋ ਸਕਦਾ ਹੈ, ਕਿਉਂਕਿ ਵੱਡਾ ਫਰਕ ਅੱਗੇ ਸੀ ਮਾਲਾ ਦਾ। ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀ ਵੀ ਇਹਨਾਂ ਨੇ ਮਾਲਾ ਬਦਲਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਦੂਜੀ ਵਾਰ ਇਹ ਆਇਆ, ਪਰ ਇਹ ਬਦਲ ਨਹੀਂ ਸਕੇ ਕਿਉਂਕਿ ਰੁਦਰਾਕਸ਼ ਤੋਂ ਬਿਨਾਂ ਤੇ ਰਹਿ ਹੀ ਨਹੀਂ ਸਕਦਾ, ਕਿਉਂਕਿ ਉਹਦੇ ਤੋਂ ਬਿਨਾਂ ਜੰਤਰ ਮੰਤਰ ਨਹੀਂ ਜਾਂਦਾ। ਉਸ ਰੁਦਰਾਕਸ਼ ਦੇ ਉੱਪਰ ਜਿਹੜਾ ਹੈਗਾ ਐਡੇ ਵੱਡੇ ਜਿਹੜੇ ਹੈਗੇ ਸੁੱਚੇ ਮੋਤੀ ਚ ਪਾਉਣਗੇ ਤਾਂ ਉਹਦੀ ਵੀ ਪਹਿਚਾਣ ਆ ਜਾਊਗੀ, ਕਿਉਂਕਿ ਉਹ ਵੱਡੇ ਬਹੁਤ ਜ਼ਿਆਦਾ ਹੋ ਜਾਣਗੇ। ਗੁਰੂ ਪਿਤਾ ਜੀ ਜਿਹੜੇ ਸੁੱਚੇ ਮੋਤੀਆਂ ਦੀ ਮਾਲਾ ਪਾਈ ਹੁੰਦੀ ਉਹ ਜ਼ਿਆਦਾ ਵੱਡੀ ਨਹੀਂ ਹੁੰਦੀ। ਉਹਨੂੰ ਪੇਂਟ ਕਰਨ ਦੀ ਸੋਚ ਰਿਹਾ, ਜਾਂ ਉਹਨਾਂ ਦੇ ਵਿੱਚ ਜਿਹੜਾ ਛੋਟਾ ਰੁਦਰਾਕਸ਼ ਦੀ ਮਾਲਾ ਪਾ ਕੇ ਉੱਤੇ ਸੁੱਚੇ ਮੋਤੀਆਂ ਦੀ ਮਾਲਾ ਇਹ ਕਰ ਰਹੇ ਆ। ਮਤਲਬ ਕਾਫੀ ਕੁਛ ਅੰਦਰੋਂ ਆ ਰਿਹਾ ਹੈ ਵੀ ਜਿਹੜਾ ਹੈਗਾ ਕਿ ਪੂਰੀ ਕੋਸ਼ਿਸ਼ ਕਰਨਗੇ ਇਹ ਜਿਹੜੀ ਮਾਲਾ ਹੋ ਸਕਦਾ ਬਦਲਣ ਦੀ, ਤੇ ਕਿਉਂਕਿ ਮਾਲਾ ਲੋਕਾਂ ਨੂੰ ਜ਼ਿਆਦਾ ਜਿਹੜੀ ਪਹਿਚਾਣ ਕਰਵਾਉਂਦੀ ਹੈ। ਬਾਕੀ ਇਹਨਾਂ ਨੂੰ ਇਹ ਨਹੀਂ ਪਤਾ ਇਹਦਾ ਗਧਾ ਜਿੰਨੇ ਮਰਜ਼ੀ ਵਾਰੀ ਜਿਹੜੀ ਸ਼ੇਰ ਦੀ ਪਹਿਲ ਹੈ ਉਹ ਸ਼ੇਰ ਨਹੀਂ ਬਣ ਸਕਦਾ। ਬੱਬਰ ਸ਼ੇਰ ਆਫਟਰ ਬੱਬਰ ਸ਼ੇਰ ਹੀ ਹੁੰਦਾ। ਗੁਰੂ ਪਿਤਾ ਜੀ ਕੋਲ ਸੁਣਾਉਂਦੇ ਹੁੰਦੇ ਸੀਗੇ
कहते कोई किसी की नकल करके कॉल लग गया ते कहते सारी रात नानी ने इस तरह गाया उन्हें जिवें कहते कट्टा रिंगदा हुंदा ते तड़के नूं कहते जो देखिया सारे जिन्ने लोग बैठे सी रात नूं ते सारे उठ गए कहते कल्ले एक बीबी बैठी रह गई ते उहनूं पुछया भी तू भाई तू काहतों बैठी है ਉਹ ਕਹਿੰਦੀ ਭਾਈ ਇਹ ਸਾਡਾ ਕਿ ਕੱਟਾ ਹੁੰਦਾ ਸੀ ਉਹ ਐ ਸਾਰੀ ਰਾਤ ਰਿੰਗਦਾ ਹੁੰਦਾ ਸੀ ਜਿਵੇਂ ਮਤਲਬ ਕਿ ਤੂੰ ਰਿੰਗ ਰਿਹਾ ਸੀ ਤੇ ਕਹਿੰਦੀ ਮੈਂ ਤਾਂ ਤੈਨੂੰ ਇਹ ਦੱਸਣ ਵਾਸਤੇ ਬੈਠੀ ਸੀਗੀ ਵੀ ਸਾਡਾ ਉਹ ਕੱਟਾ ਤੜਕੇ ਨੂੰ ਮਰ ਗਿਆ ਸੀ ਕਹਿੰਦੀ ਮੈਂ ਕਿਹਾ ਚੱਲ ਇਹਨੂੰ ਵੀ ਦੱਸ ਦੇ ਵੀ ਕੱਟੇ ਵਾਂਗੂ ਇਹ ਵੀ ਰਿੰਗੀ ਜਾਂਦਾ ਤਾਂ ਫਿਰ ਉਹ ਕੱਟੇ ਵਾਂਗੂ ਜਿਹੜਾ ਰਿੰਗਣਾ ਉਹ ਤਾਂ ਕਿਧਰੇ ਜਾਊਗਾ ਹੀ ਨਹੀਂ ਕਿਉਂਕਿ ਗੁਰੂ ਪਿਤਾ ਜੀ ਦਾ ਜੋ ਅੰਦਾਜ਼ ਹੈ ਬੋਲਣ ਦਾ ਜੋ ਅੰਦਾਜ਼ ਹੈ ਜੋ ਉਹਨਾਂ ਦੀ ਬੋਡੀ ਲੈਂਗੁਏਜ ਹੈ ਜਾਂ ਉਹਨਾਂ ਦੀ ਸੋਚ ਹੈ ਉਹਨਾਂ ਨੂੰ ਕੋਈ ਪਕੜ ਹੀ ਨਹੀਂ ਸਕਦਾ ਕੁੱਲ ਮਾਲਕ ਦੀ ਸੋਚ ਨੂੰ ਇੱਕ ਆਮ ਇਨਸਾਨ ਕਿਵੇਂ ਪਕੜ ਦੂ ਕੁੱਲ ਮਾਲਕ ਦੀ ਨਕਲ ਇੱਕ ਮਤਲਬ ਆਮ ਇਨਸਾਨ ਕਿਵੇਂ ਕਰ ਲੂਗਾ ਜਿੰਨਾ ਮਰਜ਼ੀ ਵੱਡਾ ਐਕਟਰ ਲਿਆ ਉਹਨੇ ਜਿੰਨੀ ਮਰਜ਼ੀ ਪ੍ਰੈਕਟਿਸ ਕਰੀ ਜਾਣ ਜਿੰਨੀ ਮਰਜ਼ੀ ਰਿਹਰਸਲ ਕਰੀ ਜਾਣ ਇਹ ਮਤਲਬ ਹੀ ਨਹੀਂ ਹੈ ਜਿਨ੍ਹਾਂ ਨੇ ਪਹਿਚਾਨਣਾ ਉਹਨਾਂ ਨੇ ਪਹਿਚਾਨ ਹੀ ਲੈਣਾ ਪਰ ਫਿਰ ਵੀ ਖਾਸ ਕਰਕੇ ਆਪਣੀ ਟੀਮ ਦੀ ਹੋ ਸਕਦਾ ਮਾਲਕ ਆਪਣੀ ਟੀਮ ਦੀ ਹੋਰ ਪ੍ਰੀਖਿਆ ਲੈ ਰਿਹਾ ਹੋਵੇ ਇਸੇ ਕਰਕੇ ਹੀ ਉਹਨੂੰ ਇੰਨਾ ਜ਼ਿਆਦਾ ਕਾਰ ਆ ਜਿਹੜਾ ਉਹ ਮਾਲਕ ਦਾ ਰੂਪ ਧਾਰਨ ਕਰਕੇ ਆਵੇ ਕਿ ਪਹਿਚਾਨ ਹੋਣੀ ਬਹੁਤ ਮੁਸ਼ਕਲ ਹੋਵੇ ਤਾਂ ਇਸ ਵੇਲੇ ਜਿਹੜੀ ਪਛਾਣ ਹੋਣੀ ਕਹਿੰਦੇ ਬਹੁਤ ਜ਼ਿਆਦਾ ਮੁਸ਼ਕਲ ਹੋਊਗੀ ਇਹ ਪੂਰੀ ਕੋਸ਼ਿਸ਼ ਕੀਤੀ ਜਾਊ ਜਾਂ ਹੋ ਸਕਦਾ ਵੀ ਇਸ ਤਰ੍ਹਾਂ ਦੀ ਵੀ ਕੋਸ਼ਿਸ਼ ਅਪਣਾਈਆਂ ਜਾਂ ਜਿਵੇਂ ਆਪਾਂ ਕਹਿੰਦੇ ਸੀਗੇ ਵੀ ਜੇ ਸਾਡਾ ਸਤਿਗੁਰ ਹੋਊਗਾ ਸਾਨੂੰ ਬੁਲਾਊਗਾ ਜਾਂ ਫੇਟ ਵਕਤ ਦੀ ਵਾਟਕ ਦੀ ਟੀਮ ਨੂੰ ਜਾਂ ਡਾਕਟਰ ਮੋਹਿਤ ਨੂੰ ਜਾਂ ਮੈਨੂੰ ਗੁਰੂ ਪਿਤਾ ਕਿਉਂ ਨਹੀਂ ਜਾਣਦੇ ਹੋ ਸਕਦਾ ਇਹੋ ਜਿਹੀ ਵੀ ਕੋਈ ਪਲੈਨਿੰਗ ਬਣਾਉ ਜਿਹਦੇ ਵਿੱਚ ਇਹ ਮੈਸੇਜ ਭੇਜਣ ਵੀ ਮਤਲਬ ਕਿ ਪਿਤਾ ਜੀ ਨੇ ਬੁਲਾ ਰਹੇ ਆ ਜਾਂ ਹੋ ਸਕਦਾ ਲਾਈਵ ਦੇ ਵਿੱਚ ਫੇਸ ਵਕਤ ਦੀ ਵਾਟਕ ਦੇ ਕਿਸੇ ਮੈਂਬਰਾਂ ਬਾਰੇ ਬੋਲੇ ਤਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਕੁਝ ਵੀ ਹੋ ਸਕਦਾ ਹੈ ਇਸ ਵਾਰ ਤੁਹਾਨੂੰ ਇਹ ਦੱਸਦਾ ਵੀ ਇੱਕ ਤਾਂ ਜਿਵੇਂ ਗੁਰੂ ਪਿਤਾ ਕਹਿੰਦੇ ਹੁੰਦੇ ਸੀ ਬਾਂਝਾ ਸੋਨਾ ਕਿਸੇ ਨੇ ਪਿਤਾ ਨਹੀਂ ਬਣਨਾ ਕਿਉਂਕਿ ਆਖਰੀ ਮੌਕਾ ਹੀ ਹੈ ਹੋ ਸਕਦਾ ਗੁਰੂ ਪਿਤਾ ਜੀ ਦਾ ਆਖਰੀ ਇਮਤਿਹਾਨ ਹੀ ਹੋਵੇ ਇਸ ਕਰਕੇ ਇਮਤਿਹਾਨ ਵੱਡਾ ਹੋਵੇ ਕਿਉਂਕਿ ਜਿੰਨਾ ਵੱਡਾ ਇਮਤਿਹਾਨ ਹੁੰਦਾ ਤਾਂ ਉਨੀ ਵੱਡੀ ਖੁਸ਼ੀ ਵੀ ਸਤਿਗੁਰ ਦਿੰਦਾ ਪਿਤਾ ਕਹਿੰਦੇ ਹੁੰਦੇ ਨਾ ਜਿਸਕੋ ਉਹ ਪਿਆਰ ਕਰਤਾ ਹੈ ਉਸੀ ਕੋ ਆਜ਼ਮਾਤਾ ਹੈ ਇਸੀ ਬਹਾਨੇ ਖਜ਼ਾਨੇ ਰਹਿਮਤੋਂ ਕੇ ਲਟਾਤਾ ਹੈ ਇਹ ਕਹਿੰਦੇ ਕਈ ਅਜਮੈਸ਼ ਦੇ ਵਿੱਚ ਹੀ ਕਈ ਤਾਂ ਭੱਜ ਜਾਂਦੇ ਆ ਤਾਂ ਗੁਰੂ ਪਿਤਾ ਜੀ ਆਪਦੇ ਲੈਵਲ ਤੇ ਜਿਵੇਂ ਮਰਜ਼ੀ ਅਜਮਾਉਣ ਅਸੀਂ ਆਪਦੇ ਗੁਰੂ ਪਿਤਾ ਜੀ ਲਈ ਦ੍ਰਿੜ ਵਿਸ਼ਵਾਸ ਰੱਖਣਾ ਹੈ ਚਾਹੇ ਗੁਰੂ ਪਿਤਾ ਜਿਵੇਂ ਵਚਨ ਕਰਦੇ ਹੁੰਦੇ ਸੀ ਨਾ ਵੀ ਕੋਈ ਭਾਵੇਂ ਭਗਵਾਨ ਹੀ ਕਿਉਂ ਨਾ ਆ ਕੇ ਖੜਾ ਹੋ ਜਾਏ ਤਾਂ ਵੀ ਸਾਡੇ ਅੱਖ ਦੇ ਵਿੱਚ ਉਹ ਕੰਨ ਦੀ ਤਰ੍ਹਾਂ ਵਰਤਣਾ ਚਾਹੀਦਾ ਹੈ ਅਸਲੀ ਗੁਰੂ ਪਿਤਾ ਜੀ ਜਦੋਂ ਆਉਣਗੇ ਤੁਹਾਨੂੰ ਇਹ ਅਸੀਂ ਦੱਸ ਦਿੰਦੇ ਹਾਂ ਜਦੋਂ ਅਸਲੀ ਗੁਰੂ ਪਿਤਾ ਜੀ ਆਉਣਗੇ ਉਦੋਂ ਉਹ ਇਸ ਤਰ੍ਹਾਂ ਨਹੀਂ ਆਉਣਗੇ ਜਿਵੇਂ ਯੂਪੀ ਵਾਲੇ ਨੂੰ ਲੈ ਆਉਂਦੇ ਆ ਉਹਨਾਂ ਦਾ ਡੰਕਾ ਪੂਰੀ ਦੁਨੀਆ 'ਚ ਵੱਜੂਗਾ ਤੁਹਾਡੀ ਜਿਹੜੀ ਅੰਦਰ ਆਤਮਾ ਹੋਊਗੀ ਨਾ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਣੀ ਵੀ ਗੁਰੂ ਪਿਤਾ ਜੀ ਆ ਰਹੇ ਆ ਜਾਂ ਆ ਗਿਆ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਜਿਹੜੀਆਂ ਆਤਮਾ ਉਹ ਖਿੱਚਣੀਆਂ ਸ਼ੁਰੂ ਹੋ ਜਾਣਗੀਆਂ ਜਿਵੇਂ ਤੁਸੀਂ ਸਰੂਪ ਹੈ ਗੁਰੂ ਪਿਤਾ ਜੀ ਦੇ ਅਸਲੀ ਗੁਰੂ ਪਿਤਾ ਜੀ ਤੁਸੀਂ ਸਰੂਪ ਦੇਖੋਗੇ ਤੁਹਾਡੀ ਆਤਮਾ ਨੂੰ ਖਿੱਚ ਪਊਗੀ ਜਦੋਂ ਮਤਲਬ ਇਹ ਥੋੜੀ ਵੀ ਕਿਸੇ ਦੇ ਕਹਿਣ ਤੇ ਖਿੱਚ ਪਊਗੀ ਤੁਹਾਨੂੰ ਆਟੋਮੈਟਿਕ ਹੀ ਖਿੱਚ ਪਊਗੀ ਪਰ ਜਦੋਂ ਤੁਸੀਂ ਯੂਪੀ ਵਾਲੇ ਦੀ ਫੋਟੋ ਦੇਖੋਗੇ ਤਾਂ ਤੁਹਾਨੂੰ ਗੁੱਸਾ ਚੜੂਗਾ ਇਹ ਆਪ ਮੁਹਾਰੀ ਹੈ ਸਾਡੇ ਅੰਦਰੋਂ ਸਾਡੀ ਆਤਮਾ ਜਿਹੜੀ ਹੈ ਉਹ ਪਰਮਾਤਮਾ ਦਾ ਰੂਪ ਹੈ ਅਸੀਂ ਉਹਨੂੰ ਮਤਲਬ ਕਿ ਉਹ ਸਾਡੀ ਹਰ ਜਿਹੜੀ ਫੀਲਿੰਗ ਹੈ ਸਾਨੂੰ ਦੱਸਦੀ ਹੈ ਇਸ਼ਾਰਾ ਕਰਦੀ ਹੈ ਸੱਚ ਔਰ ਝੂਠ ਦਾ ਵੀ ਉਹ ਇਸ਼ਾਰਾ ਕਰਦੀ ਹੈ ਸਹੀ ਤੇ ਗਲਤ ਦਾ ਵੀ ਇਸ਼ਾਰਾ ਕਰਦੀ ਹੈ ਉਹ ਗੱਲ ਵੱਖਰੀ ਹੈ ਕਿ ਅਸੀਂ ਕਈ ਵਾਰੀ ਜਿਹੜੀ ਆਤਮਾ ਦੀ ਆਵਾਜ਼ ਆ ਪਿਤਾ ਜੀ ਕਹਿੰਦੇ ਹੁੰਦੇ ਸੀ ਮਨ ਦੇ ਪਿੱਛੇ ਲੱਗ ਕੇ ਅਸੀਂ ਆਤਮਾ ਦੀ ਜਿਹੜੀ ਆਵਾਜ਼ ਦਬਾ ਦਿੰਦੇ ਹਾਂ ਪਰ ਇਹ ਨਹੀਂ ਹੈ ਕਿ ਇੱਕ ਪਿਤਾ ਜੀ ਕਹਿੰਦੇ ਹੁੰਦੇ ਜਿਹੜਾ ਭਗਤ ਹੈ ਸੇਵਾ ਸਿਮਰਨ ਕਰਨ ਵਾਲਾ ਹੋਵੇ ਉਹਨੂੰ ਸੱਚ ਤੇ ਝੂਠ ਦਾ ਨਾ ਪਤਾ ਲੱਗੇ ਸਹੀ ਗਲਤ ਦਾ ਨਹੀਂ ਪਤਾ ਲੱਗੇ ਪਤਾ ਲੱਗਦਾ ਹੈ ਆਤਮਾ ਹਰ ਚੀਜ਼ ਦੀ ਅੰਦਰੋਂ ਆਵਾਜ਼ ਦਿੰਦੀ ਹੈ ਤਾਂ ਉਦੋਂ ਸਾਡੀ ਆਤਮਾ ਆਪਣੇ ਆਪ ਹੀ ਨੱਚ ਉੱਠੂਗੀ ਸਾਡੀ ਆਤਮਾ ਇੰਨੀ ਨੱਚ ਉੱਠੂਗੀ ਕਿ ਅਸੀਂ ਤਾਂ ਪੈਰ ਦੇ ਵਿੱਚ ਜੁੱਤੀ ਵੀ ਨਹੀਂ ਪਾਵਾਂਗੇ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਪਊਗੀ ਵੀ ਚਲੋ ਆਓ ਤੁਹਾਨੂੰ ਯੂਪੀ ਵਾਲਾ ਯਾਦ ਕਰਦਾ ਜਾਂ ਤੁਹਾਨੂੰ ਵੀਰਾ ਹੀ ਯਾਦ ਕਰਦੇ ਜਾਂ ਤੁਹਾਨੂੰ ਬੁਲਾ ਰਹੇ ਹੈ ਤਾਂ ਜਿਹੜੇ ਹੈਗੇ ਭਗਤ ਉਹ ਆਪਣੇ ਲਈ ਆਪ ਹੀ ਭੱਜਣਗੇ ਪੂਰੀ ਦੁਨੀਆ ਭੱਜੂਗੀ ਗੁਰੂ ਪਿਤਾ ਜੀ ਦਾ ਜਦੋਂ ਆਉਣਾ ਹੋਊਗਾ ਜੇ ਉਹਨਾਂ ਦਾ ਜਾਣਾ ਸੌਖਾ ਨਹੀਂ ਸੀ ਤਾਂ ਉਹਨਾਂ ਦਾ ਆਉਣਾ ਵੀ ਇੰਨਾ ਸੌਖਾ ਨਹੀਂ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆਮ ਦੁਨੀਆ ਤੇ ਜਦੋਂ ਅਤਿਆਚਾਰ ਵੱਧ ਜਾਂਦਾ ਹੈ ਤਾਂ ਇਹ ਇਤਿਹਾਸਕ ਗਵਾਹ ਹੈ ਤੇ ਉਦੋਂ ਜਿਹੜਾ ਪਰਮਾਤਮਾ ਬਹੁਤ ਜਲਦੀ ਪ੍ਰਗਟ ਹੁੰਦਾ ਹੈ ਬਾਕੀ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਆਪਾਂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀ ਉਦਾਹਰਨਾਂ ਵੀ ਮਿਲਦੀਆਂ ਜੇ ਇੱਕ ਭਗਤ ਨੇ ਵੀ ਤਰਸ ਨਾਲ ਗੁਰੂ ਨੂੰ ਯਾਦ ਕੀਤਾ ਜਾਂ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕੀਤਾ ਤਾਂ ਉਹ ਦੌੜਿਆ ਚਲਿਆ ਆਇਆ ਪਿਤਾ ਜੀ ਕਹਿੰਦੇ ਹੁੰਦੇ ਸੀਗੀ ਮਾਂ ਜਦੋਂ ਬੱਚਾ ਰੋਂਦਾ ਨਾ ਤਾਂ ਦੌੜਾ ਚੱਲਿਆ ਭੱਜੀ ਆਉਂਦੀ ਵੀ ਦੌੜੀ ਆਉਂਦੀ ਹੈ ਤੇ ਕਹਿੰਦੇ ਫਿਰ ਜਿਸ ਮਾਲਕ ਨੇ ਮਾਂ ਨੂੰ ਮਮਤਾ ਦਿੱਤੀ ਹੈ ਤੇ ਫਿਰ ਉਹ ਮਾਲਕ ਕਿੰਨਾ ਮਤਲਬ ਦਿਆਲੂ ਹੋਊਗਾ ਤਾਂ ਗੁਰੂ ਪਿਤਾ ਜੀ ਬਹੁਤ ਦਿਆਲੂ ਆ ਜੇ ਇੱਕ ਧੰਨਾ ਭਗਤ ਸਿਰਫ 2.5 ਦਿਨ ਦੀ ਭਗਤੀ ਨਾਲ ਪਰਮਪਿਤਾ ਪਰਮਾਤਮਾ ਨੂੰ ਪ੍ਰਗਟ ਹੀ ਨਹੀਂ ਕਰਦਾ ਉਹਦੇ ਕੰਮ ਵੀ ਸਾਰੇ ਪਰਮਪਿਤਾ ਪਰਮਾਤਮਾ ਆਪ ਕਰਨ ਲੱਗ ਜਾਂਦਾ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਆਪਾਂ ਆਪਣੇ ਗੁਰੂ ਪਿਤਾ ਜੀ ਲਈ ਤਰਫ ਬਣਾਵਾਂਗੇ ਗੁਰੂ ਪਿਤਾ ਜੀ ਦੇ ਜੋ ਵਚਨ ਹੈ ਉਹਨਾਂ ਨੂੰ ਮੰਨਾਂਗੇ 3 ਵਚਨ ਪਹਿਲਾਂ ਜਦ ਦਿੱਤੇ ਹੋਏ ਉਹਨਾਂ ਵਚਨਾਂ ਤੇ ਕਾਇਮ ਰਹਿੰਦੇ ਹੋਏ
ਗੁਰੂ ਪਿਤਾ ਜੀ ਦੇ ਵਚਨਾਂ ਦੇ ਅਨੁਸਾਰ ਆਪਾਂ ਸੇਵਾ ਕਰਾਂਗੇ, ਸਿਮਰਨ ਕਰਾਂਗੇ, ਤੜਫ ਬਣਾਵਾਂਗੇ ਆਪਣੇ ਗੁਰੂ ਪਿਤਾ ਜੀ ਨੂੰ, ਅੰਦਰੋਂ ਬਾਰ-ਬਾਰ ਬੁਲਾਵਾਂਗੇ, ਤਾਂ ਇਹ ਹੋ ਹੀ ਨਹੀਂ ਸਕਦਾ ਕਿ ਗੁਰੂ ਪਿਤਾ ਜੀ ਜਲਦੀ ਵਾਪਸ ਨਾ ਆਉਣ। ਕਿਉਂਕਿ ਇਸ ਤਰ੍ਹਾਂ ਤੇ ਜਿਹੜੇ ਹੈਗੇ ਇਸ ਤਰ੍ਹਾਂ ਦੇ ਬਹੁਤ ਸਾਰੇ ਇਸ਼ਾਰੇ ਵੀ ਹੋ ਰਹੇ ਹੈ ਕਿ ਜਿਹੜੇ ਗੁਰੂ ਪਿਤਾ ਜੀ ਦੀ ਜਲਦੀ ਵਾਪਸੀ ਹੋ ਰਹੀ ਹੈ, ਬਹੁਤ ਜਲਦੀ ਗੁਰੂ ਪਿਤਾ ਜੀ ਜਿਹੜੇ ਹੈਗੇ ਵਾਪਸ ਆਉਣਗੇ। ਤਾਂ ਇਸੇ ਕਰਕੇ ਆਪਾਂ ਹਰ ਤਰ੍ਹਾਂ ਦੀ ਆਪਾਂ ਆਪਦੇ ਜਿਵੇਂ ਢਿੱਲਣੀ ਨਹੀਂ, ਹਰ ਰੋਜ਼ ਕਹਿੰਦੇ ਫੁੱਲ ਵਿਛਾ ਕੇ ਗੁਰੂ ਪਿਤਾ ਜੀ ਦੱਸਦੇ ਸੀ, ਆਪਦੇ ਗੁਰੂ ਨੂੰ ਉਡੀਕਦੀ ਸੀ ਵੀ ਸ਼੍ਰੀ ਰਾਮ ਚੰਦਰ ਜੀ ਆਉਣਗੇ, ਵੀ ਸ਼੍ਰੀ ਰਾਮ ਚੰਦਰ ਜੀ ਉਹ ਕਹਿੰਦੇ ਬੁੱਢੀ ਹੋ ਗਈ ਪਰ ਹਰ ਰੋਜ਼ ਫੁੱਲ ਵਿਛਾਉਂਦੀ ਸੀ। ਫੁੱਲ ਵਿਛਾਉਣ ਦਾ ਮਤਲਬ ਕਿ ਉਹ ਆਪਦੀ ਤਿਆਰੀ ਕਰਦੀ ਸੀ ਕਿ ਅੱਜ ਵੀ ਮੇਰਾ ਰਾਮ, ਉਹਨੂੰ ਹਰ ਰੋਜ਼ ਐਂ ਲੱਗਦਾ ਸੀ ਕਿ ਅੱਜ ਵੀ ਮੇਰਾ ਰਾਮ ਆਊਗਾ, ਅੱਜ ਵੀ ਮੇਰਾ ਰਾਮ ਆਊਗਾ। ਤੇ ਸਾਡੀ ਵੀ ਇਸ ਤਰ੍ਹਾਂ ਤਿਆਰੀ ਹੋਣੀ ਚਾਹੀਦੀ ਹੈ ਗੁਰੂ ਪਿਤਾ ਨੂੰ ਲੈ ਕੇ ਵੀ ਅੱਜ ਵੀ ਸਾਡੇ ਗੁਰੂ ਪਿਤਾ ਜੀ ਆਉਣਗੇ, ਅੱਜ ਵੀ ਸਾਡੇ ਗੁਰੂ ਪਿਤਾ ਜੀ, ਸਾਡੇ ਅੰਦਰ ਇਹ ਸੋਚ ਹੋਣੀ ਚਾਹੀਦੀ ਵੀ ਅੱਜ ਸਾਡੇ ਗੁਰੂ ਪਿਤਾ ਜੀ ਆਉਣਗੇ ਤਾਂ ਫਿਰ ਕਿਸ ਤਰ੍ਹਾਂ ਦਾ ਅਸੀਂ ਮਤਲਬ ਉਹਨਾਂ ਦਾ ਸਵਾਗਤ ਕਰਾਂਗੇ, ਕਿ ਕਿਸ ਤਰ੍ਹਾਂ ਦਾ ਅਸੀਂ ਮਤਲਬ ਕਿ ਉਹਨਾਂ ਵਾਸਤੇ ਹੋਰ ਕੀ ਇੰਤਜ਼ਾਮ ਕਰਾਂਗੇ, ਕਿਸ ਤਰ੍ਹਾਂ ਅਸੀਂ ਜਦੋਂ ਗੁਰੂ ਪਿਤਾ ਜੀ ਆਉਣਗੇ ਅਸੀਂ ਆਪਦੇ ਘਰ ਦੇ ਕੰਮ ਕਾਜ ਛੱਡ ਕੇ ਕਿੰਨੇ ਦਿਨ ਗੁਰੂ ਪਿਤਾ ਜੀ ਦੇ ਨਾਲ ਰਵਾਂਗੇ, ਕਿੰਨੇ ਦਿਨ ਅਸੀਂ ਗੁਰੂ ਪਿਤਾ ਜੀ ਦੇ ਨਾਲ ਰਹਿ ਕੇ ਸੇਵਾ ਕਰਾਂਗੇ। ਇਹ ਸਾਡੇ ਅੰਦਰ ਜਜ਼ਬੇ ਹੋਣੇ ਚਾਹੀਦੇ ਹੈ। ਜਦੋਂ ਸਾਡੇ ਅੰਦਰ ਇਹ ਜਜ਼ਬੇ ਪੈਦਾ ਹੋਣਗੇ, ਸਤਿਗੁਰ ਅੰਦਰ ਹੀ ਬੈਠਾ ਹੈ, ਤਾਂ ਯਕੀਨ ਮੰਨੋ ਗੁਰੂ ਪਿਤਾ ਜੀ ਬਹੁਤ ਜਲਦੀ ਜਿਹੜੇ ਹੈਗੇ ਆ ਵਾਪਸ ਆਉਣਗੇ। ਤੇ ਜਿਹੜੀ ਰਹੀ ਗੱਲ ਕੁਛ ਜਿਹੜੀ ਹੈਗੀ ਆ ਇਹ ਆਪਣੇ ਯੂਪੀ ਵਾਲੇ ਦੇ ਚੇਲੇ ਕਹਿ ਲਓ, ਇਹ ਗੱਲਾਂ ਕਰ ਰਹੇ ਆ ਕਿ 25 ਅਗਸਤ ਦੀ ਜਿਹੜੀ ਸੀਗਾ ਆਪਣੀ ਘਟਨਾ ਚੱਕਰ ਹੋਇਆ, ਉਦੋਂ ਲੋਕਾਂ ਨੇ ਸਾਡੇ ਨਾਲ ਹਾਂ ਦਾ ਨਾਰਾ ਨਹੀਂ ਮਾਰਿਆ, ਅਸੀਂ ਹੁਣ ਕਿਉਂ ਇਹਨਾਂ ਦੀ ਹੈਲਪ ਕਰੀਏ। ਕਿਉਂਕਿ ਅਸਲ ਦੇ ਵਿੱਚ ਕਿਉਂ ਇਹ ਗੱਲਾਂ ਕਹਿ ਰਹੇ ਆ, ਕਿਉਂਕਿ ਉੱਪਰੋਂ ਇਹਨਾਂ ਨੂੰ ਕਹੀਆਂ ਜਾ ਰਹੀਆਂ, ਹੈਲਪ ਤਾਂ ਖੁਦ ਹੀ ਨਹੀਂ ਕਰਨਾ ਚਾਹੁੰਦੀ। ਜੇ ਉਹਨਾਂ ਨੇ ਐਡਮ ਬਲੌਕ ਨੇ ਜੇ ਦੁਖੀ ਲੋਕਾਂ ਦੀ ਜਾਂ ਲੋੜਵੰਦ ਲੋਕਾਂ ਦੀ ਸਹਾਰਾ ਬਣਨਾ ਹੁੰਦਾ, ਕੋਈ ਉਹਨਾਂ ਦੀ ਸਹਾਇਤਾ ਕਰਨੀ ਹੁੰਦੀ, ਤਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਫੋਨ ਨੰਬਰ ਜਾਰੀ ਹੋਣਾ ਚਾਹੀਦਾ ਸੀ। ਕਿਉਂਕਿ ਫੋਨ ਨੰਬਰ ਸਭ ਤੋਂ ਸੌਖਾ ਹੈ। ਜਦੋਂ ਵੀ ਅਸੀਂ ਸਾਡੇ ਕੋਲ ਇੱਕ ਛੋਟਾ ਜਿਹਾ ਫੋਨ ਨੰਬਰ ਹੋਵੇ, ਸੌਖਾ ਜਿਹਾ ਹੋਵੇ, ਤਾਂ ਉਹ ਸੌਖਾ ਫੋਨ ਨੰਬਰ ਜਿਹੜਾ ਮੂੰਹ ਜਵਾਨੀ ਯਾਦ ਹੋਵੇ, ਇਹ ਨਹੀਂ ਹੋਵੇ ਹਨੇਰੇ ਦੇ ਵਿੱਚ ਸਾਡੀ ਕਾਪੀ ਤੇ ਲਿਖਿਆ ਹੋਵੇ ਉੱਥੋਂ ਲੱਭਣਾ ਪਵੇ। ਤਾਂ ਸਾਨੂੰ ਮੂੰਹ ਜਵਾਨੀ ਉਹ ਸੌਖਾ ਨੰਬਰ ਹੋਵੇ ਤੇ ਸੌਖਾ ਨੰਬਰ ਜਾਰੀ ਕੀਤਾ ਵਾ ਹੋਵੇ, ਉਹਦੇ ਤੇ ਹਰ ਵਾਰੀ ਹਰ ਸਮੇਂ 24 ਘੰਟੇ ਕੋਈ ਨਾ ਕੋਈ ਉਹਨੂੰ ਸੁਣਨ ਵਾਸਤੇ ਬੈਠਾ ਹੋਵੇ, ਤੇ ਜਿਹਨੂੰ ਵੀ ਲੋੜ ਪਵੇ ਉਹ ਫੋਨ ਨੰਬਰ ਕਰੇ। ਅਸਲ ਚ ਇੱਕ ਫੋਨ ਨੰਬਰ ਨਹੀਂ, 3-4 ਫੋਨ ਨੰਬਰ ਜਾਰੀ ਹੋਣੇ ਚਾਹੀਦੇ। ਜਿਹੜਾ ਇਹਨਾਂ ਨੇ ਈਮੇਲ ਦਿੱਤਾ ਨਾ ਵੀ ਈਮੇਲ ਕਰੋ, ਇਹ ਤਾਂ ਤੁਸੀਂ ਐਂ ਸਮਝ ਲਓ ਵੀ ਪੰਜਾਬੀ ਦੇ ਵਿੱਚ ਕਹਾਵਤ ਹੁੰਦੀ ਹੈ ਵੀ ਗੋਂਗਲੂਆਂ ਤੋਂ ਮਿੱਟੀ ਝਾੜਨਾ। ਇਹ ਤਾਂ ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਆ, ਸਹਾਇਤਾ ਸੁਹਤਾ ਇਹਨਾਂ ਨੇ ਕੋਈ ਨਹੀਂ ਕਰਨੀ। ਤੇ ਬਾਕੀ ਜਿਹੜੀ ਹੁਣ ਇਹ ਪਰ ਇਹਨਾਂ ਦੇ ਯੂਪੀ ਵਾਲੇ ਚੇਲੇ ਗੱਲਾਂ ਮਾਰਦੇ ਆ ਵੀ 25 ਅਗਸਤ ਨੂੰ ਸਾਡਾ ਤਾਂ ਕਿਸੇ ਨੇ ਬਾਂਹ ਨਹੀਂ ਫੜੀ ਜੀ, ਅਸੀਂ ਕਿਉਂ ਹੁਣ ਇਹਨਾਂ ਦੀ ਹੈਲਪ ਕਰੀਏ। ਇੱਥੇ ਜਦੋਂ ਤੁਸੀਂ ਜਾ ਕੇ ਸਫਾਈ ਅਭਿਆਨ ਕੀਤੇ ਜਮੂਰੇ ਦੇ ਕਹਿਣ ਤੇ, ਯੂਪੀ ਵਾਲੇ ਜਮੂਰੇ ਦੇ ਕਹਿਣ ਤੇ ਜਦੋਂ ਤੁਸੀਂ ਜਾ ਕੇ ਸਫਾਈ ਅਭਿਆਨ ਕੀਤੇ, ਤੇ ਫਿਰ ਉਦੋਂ ਉਹ ਸ਼ਹਿਰ ਦੇ ਲੋਕਾਂ ਨੇ ਤੁਹਾਡੀ ਹੈਲਪ ਕੀਤੀ ਸੀ। ਉਦੋਂ ਹਰਿਆਣਾ ਸਰਕਾਰ ਨੇ ਤੁਹਾਡੀ ਸਹਾਇਤਾ ਕੀਤੀ ਸੀ। ਜਿਸ ਹਰਿਆਣਾ ਸਰਕਾਰ ਨੇ ਤੁਹਾਡੀਆਂ ਜਿਹੜੇ ਪਿਆਰੀ ਭੈਣ ਭਰਾ ਉੱਥੇ ਗੋਲੀਆਂ ਨਾਲ ਮਾਰਤੇ, ਉਹੀ ਹਰਿਆਣਾ ਦੇ ਸ਼ਹਿਰਾਂ ਵਿੱਚ ਜਾ ਕੇ ਤੁਸੀਂ ਗੰਦਗੀ ਚੁੱਕੀ। ਉਹਦੀ ਉਹ ਜ਼ਿਆਦਾ ਜ਼ਰੂਰਤ ਸੀ ਕਿ ਹੁਣ ਜੇ ਕੋਈ ਭੁੱਖਾ ਪਿਆਸਾ ਮਰ ਰਿਹਾ, ਛੋਟੇ ਛੋਟੇ ਬੱਚੇ ਜੇ ਭੁੱਖੇ ਪਿਆਸੇ ਮਰ ਰਹੇ, ਹੁਣ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਹੈ। ਤੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਐਡਮ ਬਲੌਕ ਵਾਲਿਆਂ ਦੇ ਮਗਰ ਲੱਗ ਕੇ ਨਾ ਤੁਸੀਂ ਆਪਣੇ ਅੰਦਰੋਂ ਇਨਸਾਨੀਅਤ ਨਾ ਖਤਮ ਕਰੋ। ਠੀਕ ਹੈ, ਜੇ ਤੁਹਾਨੂੰ ਉਹ ਸੇਵਾ ਨਹੀਂ ਕਰ ਸਕਦੇ, ਜ਼ਰੂਰੀ ਥੋੜੀ ਹੈ ਵੀ ਆਪਾਂ ਕਿਸੇ ਨੂੰ ਸਿਖਾ ਕੇ ਸੇਵਾ ਕਰਨੀ ਹੈ। ਜਿੱਥੇ ਵੀ ਲੋੜਵੰਦ ਹੈ, ਜਿੱਥੇ ਵੀ ਤੁਹਾਨੂੰ ਲੱਗਦਾ ਹੈ ਵੀ ਇੱਥੇ ਹਾਂ ਕਿਸੇ ਨੂੰ ਜ਼ਰੂਰਤ ਹੈ, ਸਾਡੀ ਜ਼ਰੂਰਤ ਦੇ ਨਾਲ, ਸਾਡੀ ਕੁਛ ਸਹਾਇਤਾ ਕਰਨ ਦੇ ਨਾਲ ਕਿਸੇ ਦਾ ਘਰ ਦਾ ਚੁੱਲ੍ਹਾ ਜਿਹੜਾ ਉਹ ਤਪ ਜੂਗਾ, ਕਿਸੇ ਨੂੰ ਖਾਣਾ ਮਿਲ ਜੂਗਾ, ਤਾਂ ਕਿਸੇ ਨੂੰ ਸਾਫ਼ ਪਾਣੀ ਮਿਲ ਜੂਗਾ, ਕਿਸੇ ਨੂੰ ਕੋਈ ਦਵਾਈ ਮਿਲ ਜੂਗੀ, ਤੁਸੀਂ ਆਪਣੇ ਆਪ ਹੀ ਕਰ ਲਓ। ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਫੋਟੋਆਂ ਕਰਾਈਏ ਜਾਂ ਲੋਕਾਂ ਦੇ ਵਿੱਚ ਵਾਹ ਕਰੀਏ। ਪੁਰਾਣੀ ਕਹਾਵਤ ਹੁੰਦੀ ਸੀ ਵੀ ਜੇ ਸੱਜਾ ਹੱਥ ਦਾਨ ਕਰੇ ਤਾਂ ਖੱਬੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਉਹੀ ਅਸਲੀ ਦਾਨ ਹੁੰਦਾ ਹੈ। ਪਰਮ ਪਿਤਾ ਪਰਮਾਤਮਾ ਤੁਹਾਨੂੰ ਅੰਦਰ ਬੈਠਾ ਦੇਖ ਰਿਹਾ, ਯਕੀਨ ਮੰਨੋ। ਜ਼ਰੂਰੀ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਦਿਖਾ ਕੇ ਸੇਵਾ ਕਰੋਗੇ ਤਾਂ ਉਹੀ ਸੇਵਾ ਤੁਹਾਡੀ ਮਨਜ਼ੂਰ ਹੋਊਗੀ। ਤੁਹਾਡੇ ਅੰਦਰ ਜੋ ਸਤਿਗੁਰ ਬੈਠਾ ਨਾ, ਉਹ ਤੁਹਾਨੂੰ ਉਦੋਂ ਹੀ ਉਹਦਾ ਫਲ ਦੇ ਦੂਗਾ ਜਦੋਂ ਹੀ ਤੁਸੀਂ ਸੇਵਾ ਕਰਨ ਦਾ ਸੋਚ ਲਿਆ। ਜਦੋਂ ਵੀ ਤੁਸੀਂ ਕਿਸੇ ਦੀ ਇਨਸਾਨੀਅਤ ਦੀ ਸੇਵਾ ਕਰਨ ਦੀ ਸੋਚ ਲਈ, ਜਿੰਨਾ ਕੁ ਤੁਸੀਂ ਕਰ ਸਕਦੇ ਹੋ ਠੀਕ ਹੈ, ਜ਼ਿਆਦਾ ਵੱਡੇ ਲੈਵਲ ਤੇ ਨਹੀਂ ਕਰ ਸਕਦੀ, ਕਿਉਂਕਿ ਡੇਰਾ ਦੀ ਜੋ ਮਦਦ ਮੰਗੀ ਜਾ ਰਹੀ ਹੈ ਉਹ ਵੱਡੇ ਲੈਵਲ ਤੇ ਮੰਗੀ ਜਾ ਰਹੀ ਹੈ, ਉਹ ਗ੍ਰੀਨੈਸ ਦੀ ਮੰਗੀ ਜਾ ਰਹੀ ਹੈ। ਆਮ ਮਤਲਬ ਕਿ ਜੇ ਆਪਾਂ ਇੱਕਾ ਦੁੱਕਾ ਕਹੀਏ ਵੀ ਆਪਾਂ 1-2 ਬੰਦੇ ਜਾ ਕੇ ਜਾਂ ਕੋਈ 100 ਵੀ ਐ ਨਹੀਂ ਕਰ ਸਕਦੇ। ਆਪਾਂ ਕੀ ਕਰ ਸਕਦੇ, ਆਪਾਂ ਤਾਂ ਖਾਣਾ ਦੇ ਸਕਦੇ ਆ ਜਾਂ ਕਿਸੇ ਨੂੰ ਕੋਈ ਦਵਾਈਆਂ ਦੇ, ਇਸ ਤਰ੍ਹਾਂ ਦੀ ਸਹਾਇਤਾ ਕਰ ਸਕਦੇ ਆ। ਪਰ ਜਿਹੜਾ ਬੰਨਣੇ ਜਾਂ ਹੋਰ ਤਰ੍ਹਾਂ ਦੀ ਜਿਹੜੀ ਹੈਗੀ ਹੈ ਸਹਾਇਤਾ, ਉਹ ਜ਼ਿਆਦਾ ਜਿਹੜੀ ਹੈਗੀ ਹੈ ਗੁਰੂ ਪਿਤਾ ਜੀ ਨੇ ਬਣਾਈ ਹੀ ਕੁਦਰਤੀ ਆਫਤਾਂ ਵਾਸਤੇ ਗ੍ਰੀਨੈਸ ਵੈਲਫੇਅਰ ਫੋਰਸ ਸੀ। ਉਹਦੀ ਸਾਰੀ ਕਮਾਨ ਇਸ ਵੇਲੇ ਡੇਰੇ ਦੇ ਹੱਥ 'ਚ ਹੈ, ਇਸ ਵਕਤ ਪ੍ਰੋਜੈਕਟ ਦੇ ਹੱਥ 'ਚ ਨਹੀਂ ਹੈ। ਜੇ ਫੇਸ ਵਕਤ ਪ੍ਰੋਜੈਕਟ ਦੇ ਹੱਥ 'ਚ ਹੁੰਦੀ ਤਾਂ ਉਹਨੂੰ ਕਦੋਂ ਦੀ ਸਾਰੀ ਗ੍ਰੀਨੈਸ ਤੁਹਾਨੂੰ ਸਾਰੇ ਪੰਜਾਬ, ਹਰਿਆਣਾ ਕੇ ਦਿੱਲੀ ਤੇ ਹਿਮਾਚਲ ਜਿੱਥੇ ਹੜ੍ਹ ਆਏ ਹੁੰਦੇ ਸਾਰੇ ਥਾਵਾਂ ਤੇ ਤੁਹਾਨੂੰ ਦਿਸਣੀ ਗ੍ਰੀਨੈਸ ਸੀ। ਲੋਕਾਂ ਨੇ ਤਾਂ ਗੁਰੂ ਪਿਤਾ ਜੀ ਦੀ ਵਾਹ ਕਰਦੇ ਨੇ ਸੀ ਵੀ ਵਾਹ ਵਾਹ ਧੰਨ, ਮਤਲਬ ਕਿ ਸੰਤ ਡਾਕਟਰ ਗੁਰਮੀਤ ਰਾਮ ਸਿੰਘ ਜੀ ਜਿਹਦੀ ਫੌਜ ਨਹੀਂ ਸਾਰਾ ਕੁਛ ਸਾਂਭ ਲਿਆ।
गुरु प्यारी साहब संगत जी मौका सी साडे कोले, मतलब कि जो कोई इस तरह की कुदरती सानू परम पिता परमात्मा ने मौका दिता भी चलो आपदे गुरु का नाम रोशन करना तुहाडा समय है। ग्रीनस की वर्दी पा के ही तुसीं गुरु पिता जी का नाम रोशन कर सकते हैं। जिवें आपां सिविल कपड़े च पा के तुरे फिरांगे लोकां नूं की पता लगू तुसीं कौन है। गुरु पिता ने एवं थोड़ी ग्रीनस बनाई, एवं ड्रेस दी। परम पिता जी गुरु पिता जी कहते हुंदे सी शाह सतनाम जी, मगर नाम लिखा होया परम पिता जी का। पिता कहते मगर नाम लिखा ना तुहाडे शाह सतनाम जी परम पिता का नाम, ये कहते असीं मगरले पासे तुहानूं आशीर्वाद दिंदे हां, बैक ते ढोई ते भी तुहानूं आशीर्वाद दिंदे हां। कहंदे आशीर्वाद है लगातार जो मिलदा। तो गुरु प्यारी साध संगत जी जो तुहानूं मौका मिलता अपने गुरु पिता जी का नाम रोशन करन दा पूरी दुनिया दे विच, पूरी दुनिया देखदी भी देखो जिस संत नूं सरकारां ने, इंडिया दी सरकारां ने झूठे दोष ला के जेल च बंद कर रखिया, उसे ही गुरु की बनाई हुई जिहड़ी सरकार मतलब फौज है, ग्रीनस वेलफेयर फोर्स है, किन्नियां स्टेटां दे विच अज सेवा कर रही है ते किन्ने इंसानियत जिहड़ी हैगी है जिहड़ी बचा रही है, किन्ने इंसानां नूं बचा रही, किन्ने पशुआं नूं बचा रही है, किन्नी मतलब कि अगे वध के सेवा कर रही है। तो गुरु प्यारी साध संगत जी डेरा नहीं चाहता, डेरे की मैनेजमेंट नहीं चाहती कि गुरु पिता जी का नाम उच्चा हो पूरी दुनिया के विच, क्योंकि उन्होंने तो जिन्ना किया गुरु पिता जी का नाम ही बदनाम किया। 27 सालों के जिन्ना इन्होंने कोशिश की है, गुरु पिता जी ने एक तो बार बार मारन की कोशिश की है। इन्होंने यह सी भी गद्दी साडे भी खाली हो जाए, वो नहीं कर सके क्योंकि कुल मालक है। तो फिर इन्होंने दूजा तरीका सरकारों ने मिल के गुरु पिता जी ने पहला झूठे दोष ला के जेल भेजा, फिर उन्होंने पूरा मीडिया के बदनाम किया, उस तो बाद उन्होंनी जगह से नकली लैके आए। तो तुसीं इन्हां लोकां तो उम्मीद ना रखो जेडे आपदे गुरु दे नहीं बने, तुहाडे की बन के जां जिहड़ी होर दुनिया इन्नी जिहड़ा हैगा दुखी हो रही है जां इन्नी परेशान हो रही है, उन्हां दा इन्हां ने की दुख बनाउणा है। इसे करके आपदे लैवल ते जिन्ना तुहाडे आंढ गुआंढ जां नेड़े जिथे भी है, तो तुसीं जरूर अपने अंदर इंसानियत पैदा करो, अपने अंदर जिहड़ा हैगा वो जज्बा पैदा करो। गुरु पिता जी दे जो वचन है उन्हां ते चलदे होए जिहड़े आपां आपदे गुरु पिता जी दी जिहड़ी आन बान ते शान आ ਉਹ पूरी दुनिया दे विच ਉੱਚੀ करिए। ਇਹ ਸਾਡੀ सोच हमेशा रहनी चाहिए है कि हे मालक साडे तो ऐसा कर्म करवाना जिहदे नाल मेरे गुरु जी खुश होण, मेरा सतगुर खुश होवे ते मेरा सतगुर खुश होके जल्दी वापस आवे ते मेरे सतगुर दी जिहड़ी आन बान ते शान है वो पूरी दुनिया दे विच ਉੱਚੀ होवे। धन धन सतगुरु तेरा ही है। हाँ जी, धन धन सतगुरु तेरा ही आसरा। तो सत्संग जी एक जानकारी और थी, हालांकि इतनी पुख्ता नहीं है, मतलब पुख्ता है भी नहीं भी, पर अभी हम अपनी तरफ से उसको पुख्ता नहीं कहते। उसमें यह है कि संभव है भी जो इनकी यूपी वालों के चेलों की एक रूहानी दीदी है, तो संभव है भी जल्दी उसका रूहानी इनका जीजा भी आ जाए, रूहानी जीजा। तो ये प्लानिंग चल रही है, भी संभवतः है भी हनीप्रीत की शादी हो जाए, और ये नौटंकी भी हो सकती है भी वो शादी ना करवाना चाहे और फिर यूपी वाला उसको ज़बरदस्ती शादी करने के लिए जोर लगाए, और फाइनली फिर उसकी शादी एक तरह से हुक्म के अंदर हो जाए। और ये सारा कॉन्सेप्ट इसलिए बनाया जाएगा क्योंकि हालांकि नीड तो हनीप्रीत की होगी, पर बताने वाले ने खबर दी है। अभी हम ये नहीं कहते भी ये कितनी पुख्ता खबर है, लेकिन जिस तरह की हरकतें उसकी सोशल मीडिया पे दिख रही हैं, तो संभव है भी ऐसा हो सकता है। ये आप एक और चीज़ पुख्ता रखें, और ये भी ध्यान रखें भी इस बार जैसे बहन जी ने बताया कि जो माला वो पहनता है, और हो सकता है उस वो माला आपको इस बार सफ़ेद रंग की दिखे और बढ़िया मोतियों वाली माला लगे। जो ये जो बेसिक डिफरेंस है माला वाला, वो डिफरेंस भी शायद ख़त्म हो। और इस बार ये जो फालतू के ट्रैक्टर पर चढ़ने की, उल्टा लटकने की या दौड़ने की, ये नौटंकी शायद इस बार ये नहीं करेगा। जो फालतू के टिप्स देने की नौटंकी है वो नहीं करेगा। और क्योंकि अब आर्टिफिशियल इंटेलिजेंस में बहुत सारी एडवांस चीज़ें और भी आ गई हैं, तो हो सकता है जैसे पिताजी वो सत्संग करते थे पूरा कड़क गर्मी में जोश में, तो वैसा सत्संग क्रिएट किया जा सकता है आर्टिफिशियल इंटेलिजेंस से। तो कोई बड़ी बात नहीं है। अगर आपको नहीं यकीन है तो एक आपने देखा होगा चैट जीपीटी नाम से बड़ा चल रहा है, भी चैट जीपीटी आता है ऐसे ही। अब तो गूगल ने भी अपना निकाल दिया है, माइक्रोसॉफ्ट ने निकाल दिया है, और हर कंपनी अपना अपना आर्टिफिशियल इंटेलिजेंस का ये चीज़ निकाल रही है। तो वो हो सकता है भी नए रूप में उसका सामने आए, क्योंकि कितनी कॉस्ट है उसकी, मुश्किल से $20 से $25 पर मंथ है।
उसके बाद आप उसमें कुछ मर्जी करो, वो आपको करके दे देगा। मतलब आप यकीन नहीं मानोगे, हमने अभी एक उसमें करके देखा एक चीज़, हालांकि वो तो फ्री वर्जन में ही किया था। हमने एक किताब का एक पेज उठाया और उसको स्कैन करके उसमें डाला और उसको बोला अभी इसको हमें 4 अलग-अलग तरीकों से समझाओ, मतलब अलग-अलग तरीकों से इसको लिख के दो। तो मुश्किल से आधे मिनट के अंदर उसने किताब को अलग-अलग हिस्सों में लिख के दे दिया और चारों ऐसे हैं भी आपको लगेगा 4 अलग-अलग लोगों ने लिखे हैं और ऐसा लगा जैसे पीछे बैठ के कोई जवाब दे रहा है एक-एक चीज़ का और सेकंडों में जवाब आ रहा है, सेकंड में। तो ये सारी चीज़ आर्टिफिशियल इंटेलिजेंस इतना एडवांस है, जब आपको जब ये इलेक्शन आएगा ना, अभी इलेक्शन, इसमें आपको इसका इस्तेमाल बहुत दिखेगा। नेता कर कुछ और रहा है, हो कुछ और रहा है, उसकी नकली वीडियो आएंगी, किसी नेता की किस तरह की वीडियो आएंगी। इस इलेक्शन में बहुत गंद मचेगा इस आर्टिफिशियल इंटेलिजेंस का, तो वो आपको सामने आ ही जाएगा। तो ये जिनको नहीं मालूम है, जो इंटरनेट वगैरह नहीं चलाते, उनको बता दें भी ऐसे आर्टिफिशियल इंटेलिजेंस का मतलब ये होता है भी कंप्यूटर का दिमाग आदमी के दिमाग से मैच कर दिया। मतलब हम कहें भी 100 लोगों का दिमाग है, उन्होंने जितना दिमाग का जितनी जानकारी दिमाग के कंप्यूटर में डाली है, वो सारी जानकारी को इकट्ठा करके वही जानकारी कंप्यूटर आपको दे देगा बना के। अब आपको जैसे कहें भी सुप्रीम कोर्ट का जज है या कोई बड़ा वकील है, वो क्या करता है, किसी केस को जब आपने हल करना होता है तो इस केस को हल करने के लिए वो सैकड़ों किताबें पढ़ता है। उसमें से अलग अलग कोई 1985 का केस निकालेगा, कोई 1992 का निकालेगा। मतलब वो देखता है भी इस धारा के तहत कौन कौन से केस इंपॉर्टेंट हैं और इस काम के लिए उसको मतलब काफ़ी टाइम लगता है और इस चीज़ की वो लाखों रुपए फीस भी लेते हैं। तो यही काम जो चैट जीपीटी जैसा सॉफ्टवेयर है, इसको लिख के दे दो बस इस तरह के केस चाहिए, वो आपको 1980 से लेके 2023 के केस इकट्ठे अपने आप ही निकाल के उन सारी किताबों में से दे देगा और मुश्किल से 1 मिनट भी नहीं लगेगा। जो काम वकीलों को महीनों में करना होता था, वो 1 मिनट में होने लग गया है वो काम। और जो काम जज करते थे, जजों को भी ये काम करना पड़ता था इस तरह से भी, जब वो फैसला सुनाते हैं तो पुराने फैसलों को आधार बनाते हैं। उनको भी अब सरकार ने ऐसी सुविधा उपलब्ध करा दी है कि तुम्हें किताब पढ़ने की ज़रूरत नहीं है, ये चैट जीपीटी चलाओ और इससे पुराने केसों का डाटा निकालो और साथ साथ फटाफट फैसला सुनाओ। तो सोचो इतनी एडवांस चीज़ें हैं जो मतलब 50 साल आदमी ने क्या क्या किया है दुनिया में, उन सबको इकट्ठा करके आपके सामने रख देगा। तो किसी की भी नकल करा सकते हो, किसी की भी आवाज़ निकाल सकते हो, किसी का भी चेहरा बना सकते हो, कुछ भी कर सकते हो उससे। मतलब इतना एडवांस है और बड़े से बड़े जितने बड़े बिजनेसमैन हैं सब ये बात बोल रहे हैं भी ये जो आर्टिफिशियल इंटेलिजेंस है मानव जाति के लिए बहुत बड़ा खतरा है। कैसे है, मान लो आपकी किसी से लड़ाई हुई और लड़ाई हुई या नहीं हुई और वो जाके पुलिस में आपका आर्टिफिशियल इंटेलिजेंस से एक वीडियो बनाए और उस वीडियो में आपकी और उसकी लड़ाई दिखाए और उस लड़ाई को पुलिस में दे दे और पुलिस आपके खिलाफ पुख्ता सबूत बना के मामला दर्ज कर ले, क्योंकि पुलिस के पास अभी टेक्नोलॉजी नहीं है जो ये पता लगा सके भी ये वीडियो असली। भी कानून का जो गलत इस्तेमाल करके किस तरह से इस आर्टिफिशियल इंटेलिजेंस से आम दुनिया को तबाह किया जा सकता है। तो ये मतलब लोग अपने इंटरव्यू में बोल रहे हैं, तो आपको इससे सावधान रहने की ज़रूरत है। अगर आपको नहीं समझ आए तो इंटरनेट पे खोल के देखना, ए और आई लिख के इसके बाद लिखना इसके ड्रॉबैक्स, इसके साइड इफ़ेक्ट क्या क्या हैं, आपको सारा कुछ कंप्यूटर बता देगा 1 मिनट के अंदर। तो खैर हम उम्मीद करते हैं, प्रार्थना करते हैं भी इस बुराई के दौर में सच्चाई सामने आए, जल्दी आए और सच का कोई स्तंभ खड़ा हो जिससे ये दुनिया बचे। तो इस प्रार्थना के साथ हजूर पिता के चरणों में सभी मिलकर नारा लगाएंगे, धन धन सतगुरु तेरा ही आसरा, धन धन सतगुरु तेरा ही आसरा। आखिरी में अरदास बोलेंगे, धन धन सतगुरु तेरा ही आसरा। हे मालिक, तुझे इलाज है, अब बहुत हो गया, तू दया में रहमत कर, तेरे प्यार मोहब्बत की राह में हमें कोई दुख तकलीफ ना आए। तो ऐसी रहमत बख्श व सबको सुमति दे, किस तरह से देनी है यह तो सब जानता है, जिसको जैसे देनी है वैसी दे, वो तेरी मर्जी। धन धन सतगुरु तेरा ही आस।